जाना स्पीच मैं भी सुनी सीगी लखे दी। कहते भी देखो 4-5 साल हो गए आ भी इंग्लैंड तो आया नौजवान इत्थे देखो ब्याह कराउण गए सीगे इत्थों है ना ते ओह ब्याह करन तो बाद ओह परिवार आ गया, उन्होंने टिकट वधा ली ते उत्थे दी सरकार ने कह लो एजेंसियां ने उन्होंने बोरी सिर ते पा के किडनैप करके टॉर्चर किया ते परिवार नूं भी फिर लुकना पिया कह सकते हैं है ना। सो ਉਹਦੀ ਜਿਹੜੀ ਵਾਈਫ ਸੀਗੀ ਉਹ ਵੀ ਯੂਕੇ ਚ ਆਈ, ਫਿਰ ਇੱਥੇ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਕਿਵੇਂ ਨਾ ਕਿਵੇਂ ਆਪਾਂ ਵਾਪਸ ਭੇਜ ਦਈਏ। ਅੱਛਾ ਨਾ। ਸੋ ਇੱਥੇ ਬਹੁਤ ਤਕੜੇ ਤੌਰ ਤੇ ਉਹਨਾਂ ਨੂੰ ਜਦੋਂ ਫਾਈਟ ਕਰਨਾ ਪਿਆ ਕੇਸ ਫੇਰ ਕਿਤੇ ਜਾ ਕੇ ਜਾਨੀ ਅਪੀਲ ਕੀਤੀ ਗਵਰਨਮੈਂਟ ਨੇ, ਹਾਰ ਕੇ ਵੀ ਫੇਰ ਉਹਨਾਂ ਨੇ ਅਪੀਲ ਕੀਤੀ ਵੀ ਇਹ ਚੀਜ਼ ਵੀ ਨਹੀਂ ਅਸੀਂ ਮੋੜਨਾ ਹੀ ਆ। ਸੋ ਜਾਨੀ ਸਾਜ਼ਿਸ਼ ਦੀ ਆਪਾਂ ਗੱਲਾਂ ਕਰਦੇ ਹੁੰਦੇ ਆ ਹਰੇਕ ਵੀਕ, ਪਰ ਦੇਖੋ ਕਿੱਡੀ ਵੱਡੀ ਗੱਲ ਆ। ਪਰ ਲੱਖੇ ਦੇ ਮੂੰਹੋਂ ਇਹ ਗੱਲ ਜਾਨੀ ਸੁਣਨੀ ਇਹ ਬਹੁਤ ਸ਼ਲਾਘਾਯੋਗ ਕਦਮ ਆ, ਬਿਕਾਜ਼ ਇਹ ਸ਼ੋਅ ਕਰਦਾ ਕਿ ਆਪਾਂ ਇਕੱਠੇ ਚੱਲ ਰਹੇ ਆ, ਆਪਾਂ ਸਮਝ ਰਹੇ ਆ ਵੀ ਸਾਡੇ ਨਾਲ ਕੀ ਹੋ ਰਿਹਾ। ਪਰ ਜੇ ਹੁਣ ਵੀ ਦੇਖਿਆ ਜਾਵੇ ਸੋ ਇੱਕ ਪਾਸੇ ਤਾਂ ਗਵਰਨਮੈਂਟ ਪਰਿਵਾਰ ਨੂੰ ਕਹਿ ਰਹੀ ਅਸੀਂ ਤੁਹਾਡੇ ਨਾਲ ਖੜੇ ਆ, ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਜਿਹੜੀ ਖੁੱਲ ਕੇ ਗੱਲ ਤਾਂ ਇਹਨਾਂ ਨਾਲ ਬਹਿ ਕੇ ਹੁਣ ਤੱਕ ਕੀਤੀ ਨਹੀਂ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਪਰਿਵਾਰ ਨਾਲ। ਪਰ ਜਿਹੜੇ ਹੁਣ ਚਾਰजेस ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਰ ਦਿੱਤੇ ਗਏ ਇੰਡੀਆ ਸਰਕਾਰ ਵੱਲੋਂ, ਇਹ ਸੁਣ ਚ ਆਇਆ ਕਿ ਇਹ ਫੇਰ ਸਰਕਾਰ ਦਾ ਇੱਥੇ ਦੀ ਯੂਕੇ ਸਰਕਾਰ ਦਾ ਕਲੂਜਨ ਆ, ਜਾਨੀ ਨਾਲ ਰਲ ਕੇ ਕਰਾ ਰਹੇ ਆ। ਸੋ ਇੱਕ ਪਾਸੇ ਸਾਨੂੰ ਕਹਿ ਰਹੇ ਅਸੀਂ ਤੁਹਾਡੀ ਮਦਦ ਕਰਾਂਗੇ। ਦੇਖੋ ਹੋਰ ਕਿਸੇ ਮੁਲਕ ਸੀ ਇਰਾਨ ਚ ਸੀ ਸ਼ਾਇਦ ਇੱਕ ਬੀਬੀ ਉਹਨੇ ਛਡਾ ਲਈ, ਪਤਾ ਨਹੀਂ ਕਿੰਨੇ ਕਰੋੜ ਉਹਨਾਂ ਨੂੰ ਪੇਮੈਂਟ ਕਰਨੀ ਪਈ, ਪਤਾ ਨਹੀਂ 50-60 ਸਾਲ ਪਹਿਲਾਂ ਦਾ ਵਰਲਡ ਵੋਰ ਦੇ ਖਣੀ ਕੋਈ ਉਹਨਾਂ ਦੀ ਐਗਰੀਮੈਂਟ ਸੀਗੀ ਜਿਹੜੀ ਇਹਨਾਂ ਨੇ ਪੇ ਕਰਨੇ ਸੀ, ਉਹ ਪੇ ਕਰਕੇ ਛਡਾਈ ਕਿਉਂਕਿ ਬ੍ਰਿਟਿਸ਼ ਸੀ ਨਾ। ਹੁਣ ਕਹਿਣ ਇਹਨਾਂ ਨੂੰ ਸਾਨੂੰ ਕਹਿਣ ਦੀ ਲੋੜ ਆ ਕਿ ਇਹ ਵੀ ਤੁਹਾਡਾ ਬ੍ਰਿਟਿਸ਼ ਸਿਟੀਜ਼ਨ ਆ, ਇਹਦਾ ਵੀ ਰੈੱਡ ਪਾਸਪੋਰਟ ਸੀ। ਬਿਲਕੁਲ ਬਈ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਕੁਛ ਪੇ ਕਰੋ, ਪਰ ਤੁਸੀਂ ਪ੍ਰੈਸ਼ਰ ਪਾ ਕੇ ਕਹਿ ਤਾਂ ਸਕਦੇ ਹੋ ਸਾਡਾ ਬੰਦਾ ਛੱਡੋ। ਆਪਣੇ ਜਿੱਦਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇ ਕੋਈ ਆਪਣੇ ਇਸ਼ੂ ਹੋਵੇ ਤੇ ਡਾਊਟ ਹੋਵੇ ਵੀ ਕੁਛ ਗਲਤ ਹੋ ਰਿਹਾ ਤੇ ਉਹਨਾਂ ਨੂੰ ਕੋਈ ਸਵਾਲ ਪੁੱਛ ਸਕਦਾ ਵੀ ਇਹ ਸਹੀ ਹੋ ਰਿਹਾ। ਬਿਲਕੁਲ, ਤੇ ਉਹਨਾਂ ਨੂੰ ਰਿਸਪੌਂਸ ਦੇਣੀ ਪਊ ਹਨਾ। ਏਦਾਂ ਹੀ ਪੋਪ ਨੂੰ ਵੀ ਦੇਣੀ ਚਾਹੀਦੀ ਆ ਵੀ ਇਹ ਜਿਹੜੇ ਮੈਨੂੰ ਲੱਗਦਾ ਰੌਲਾ ਹੀ ਮੁਕਾ ਦੇਣਾ ਚਾਹੀਦਾ। ਸੋ ਇਹਨਾਂ ਨੂੰ ਤੁਸੀਂ ਜੇ ਦਿਖਾਓ ਉਹ ਵੀਡੀਓ ਦਿਖਾਓ ਨਾ ਇੱਥੇ ਦੇ ਪਬਲਿਕ ਨੂੰ, ਉਹਨਾਂ ਨੇ ਬਲੀਵ ਨਹੀਂ ਕਰਨਾ, ਕਹਿਣਾ ਵੀ ਜੋਕ ਆ ਵੀ ਪਖੰਡ ਆ ਹਨਾ। ਸੋ ਪਰ ਜਿਹੜੇ ਇੱਥੇ ਦੇ ਫੇਥਫੁਲ ਲੋਕ ਵੀ ਆ ਜਿੱਦਾਂ ਕ੍ਰਿਸਚੀਅਨ ਕਹਿ ਲਈਏ, ਉਹਨਾਂ ਨੇ ਵੀ ਇਹਨਾਂ ਚੀਜ਼ਾਂ ਤੇ ਬਲੀਵ ਨਹੀਂ ਕਰਨਾ ਹੈਗਾ। एक बार फिर जी आयां नूं आखदे हां जी प्राइड पंजाब टीवी दे उत्ते हफ्तावारी सरगर्मियां यानी कि हफ्ते दे विच कुछ खास जिहड़ा होया उहदे उत्ते चर्चा करदे हुंदे आ एक खास प्रोग्राम दे विच। ते गल अज पंजाब दी सियासत दी कुछ इंग्लैंड नाल जुड़ी हुई भी जिहड़ी आ ओह करांगे, पर शुरुआत पंजाब तो करदे हां। लखा सिधाणा दे नाल जुड़ी हुई खबर है। लखा सिधाणा समाज सेवी जिन्हों नौजवानी फॉलो करती है, सो उन्हां वल्लों एक बयान दिता गया जग्गी जौहल बारे। जग्गी जौहल जो इंग्लैंड का जंपल नौजवान है, अज ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਲੰਬੇ ਸਮੇਂ ਤੋਂ। ਸੋ ਉਹਦੇ ਬਾਰੇ ਲੱਖਾ ਸਿਧਾਣਾ ਦਾ ਬਿਆਨ ਆਉਂਦਾ ਹੈ ਜੋ ਕਿ ਸ਼ਲਾਘਾਯੋਗ ਵੀ ਹੈ, ਉਸ ਦੇ ਬਾਰੇ ਗੱਲ ਕਰਾਂਗੇ। ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਵਾਈਸ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਦੇ, ਤੇ ਫਿਰ ਤੋਂ ਇੱਕ ਵਾਰ ਜੁੜੇ ਹੋਏ ਨੇ। ਤੁਸੀਂ ਅਕਸਰ ਹੀ ਉਹਨਾਂ ਨੂੰ ਸਾਡੇ ਚੈਨਲ ਦੇ ਰਾਹੀਂ ਦੇਖਦੇ ਰਹੇ ਹੋ। ਆਓ ਜੀ ਆਇਆਂ ਨੂੰ ਕਰਦੇ ਹਾਂ ਉਹਨਾਂ ਨੂੰ ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਚੜ੍ਹਦੀ ਕਲਾ, ਠੀਕ ਠਾਕ? ਅੱਛਾ, ਲੱਖਾ ਸਿਧਾਣਾ ਤੋਂ ਸ਼ੁਰੂਆਤ ਕਰੀਏ। ਜੇ ਲੱਖਾ ਸਿਧਾਣਾ ਦਾ ਇਹ ਬਿਆਨ ਕਿਵੇਂ ਦੇਖਦੇ ਹੋ ਤੁਸੀਂ? ਸੋ ਪਹਿਲਾਂ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਵੀ ਕਿਸਾਨੀ ਮੋਰਚੇ ਤੋਂ ਬਾਅਦ ਜਿਹੜੀ ਏਕਤਾ ਹੋਈ ਸਾਰਿਆਂ ਦੀ, ਸੋ ਉਹ ਜਾਣੀ ਜਿਹੜੇ ਕਈ ਪੰਥਕ ਸੀ, ਨਹੀਂ ਪੰਥਕ ਸੀ, ਜਾਣੀ ਜਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਸੀ, ਕਈ ਨਹੀਂ ਜੁੜੇ ਸੀ, ਕਈ ਸਿਰਫ ਕਿਸਾਨੀ ਕਰਕੇ ਆਏ ਸੀ, ਕਈ ਕਹਿੰਦੇ ਸੀਗੇ ਬਈ ਸਾਡੇ ਕੋਲ ਜ਼ਮੀਨ ਨਹੀਂ ਜ਼ਮੀਰਾਂ ਹਨ ਹਨਾ। ਸੋ ਮਤਲਬ ਇਹ ਕਿ ਇਹਨਾਂ ਹੁਣ ਚੀਜ਼ਾਂ ਨਾਲ ਸਪੀਚ ਮੈਂ ਵੀ ਸੁਣੀ ਸੀਗੀ ਲੱਖੇ ਦੀ। ਉਹ ਕਹਿੰਦੇ ਵੀ ਦੇਖੋ 4-5 ਸਾਲ ਹੋ ਗਏ ਆ ਵੀ ਇੰਗਲੈਂਡ ਤੋਂ ਆਇਆ ਨੌਜਵਾਨ ਇੱਥੇ ਦੇਖੋ ਵਿਆਹ ਕਰਾਉਣ ਗਏ ਸੀਗੇ ਇੱਥੋਂ ਹਨਾ, ਤੇ ਉਹ ਵਿਆਹ ਕਰਨ ਤੋਂ ਬਾਅਦ ਉਹ ਪਰਿਵਾਰ ਆ ਗਿਆ, ਉਹਨਾਂ ਨੇ ਟਿਕਟ ਵਧਾ ਲਈ ਤੇ ਉੱਥੇ ਦੀ ਸਰਕਾਰ ਨੇ ਕਹਿ ਲਓ ਏਜੰਸੀਆਂ ਨੇ ਉਹਨੂੰ ਬੋਰੀ ਸਿਰ ਤੇ ਪਾ ਕੇ ਕਿਡਨੈਪ ਕਰਕੇ ਟੌਰਚਰ ਕੀਤਾ ਤੇ ਪਰਿਵਾਰ ਨੂੰ ਵੀ ਫਿਰ ਲੁਕਣਾ ਪਿਆ ਕਹਿ ਸਕਦੇ ਆ ਹਨਾ। ਸੋ ਉਹਦੀ ਜਿਹੜੀ ਵਾਈਫ ਸੀਗੀ
ਉਹ ਵੀ ਯੂਕੇ ਚ ਆਈ। ਫਿਰ ਇੱਥੇ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਕਿਵੇਂ ਨਾ ਕਿਵੇਂ ਆਪਾਂ ਵਾਪਸ ਭੇਜ ਦਈਏ, ਹਨਾ। ਸੋ ਇੱਥੇ ਬਹੁਤ ਤਕੜੇ ਤੌਰ ਤੇ ਉਹਨਾਂ ਨੂੰ ਜਦੋਂ ਫਾਈਟ ਕਰਨਾ ਪਿਆ ਕਿ ਇਸ ਫੇਰ ਕਿਤੇ ਜਾ ਕੇ ਜਾਣੀ ਅਪੀਲ ਕੀਤੀ ਗਵਰਨਮੈਂਟ ਨੇ, ਹਾਰ ਕੇ ਵੀ ਫੇਰ ਉਹਨਾਂ ਨੇ ਅਪੀਲ ਕੀਤੀ ਵੀ ਇਹ ਚੀਜ਼ ਵੀ ਨਹੀਂ ਅਸੀਂ ਮੋੜਨਾ ਹੀ ਆ। ਸੋ ਜਾਣੀ ਸਾਜ਼ਿਸ਼ ਦੀ ਆਪਾਂ ਗੱਲਾਂ ਕਰਦੇ ਹੁੰਦੇ ਆ ਹਰੇਕ ਵੀਕ, ਪਰ ਦੇਖੋ ਕਿੱਡੀ ਵੱਡੀ ਗੱਲ ਆ। ਪਰ ਲੱਖੇ ਦੇ ਮੂੰਹੋਂ ਇਹ ਗੱਲ ਜਾਣੀ ਸੁਣਨੀ ਇਹ ਬਹੁਤ ਸ਼ਲਾਘਾਯੋਗ ਕਦਮ ਆ, ਬਿਕਾਜ਼ ਇਹ ਸ਼ੋਅ ਕਰਦਾ ਕਿ ਆਪਾਂ ਇਕੱਠੇ ਚੱਲ ਰਹੇ ਆ, ਆਪਾਂ ਸਮਝ ਰਹੇ ਆ ਵੀ ਸਾਡੇ ਨਾਲ ਕੀ ਹੋ ਰਿਹਾ। ਸੋ ਜਿਹੜਾ ਹੁਣ ਆਉਣ ਵਾਲਾ ਮਹੀਨਾ ਨਵੰਬਰ 3 ਤਰੀਕ ਨੂੰ ਲੰਡਨ ਡੈਮੋਨਸਟ੍ਰੇਸ਼ਨ ਹੋ ਰਹੀ ਆ। ਅੱਛਾ ਜੀ। ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਹਮ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੀਏ। ਹੈ ਉਹਦਾ ਦਿਨ ਥਰਸਡੇ ਆ, 12 ਤੋਂ 3 ਦਾ ਉੱਥੇ ਟਾਈਮ, ਤੇ ਗੁਰਦੁਆਰਾ ਸਾਹਿਬਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਜਥੇਬੰਦੀਆਂ ਵੱਲੋਂ ਵੀ ਉਹ ਕੋਚਾਂ ਬੁੱਕ ਕਰਕੇ ਭੇਜਣ। ਅੱਛਾ, ਲੱਖੇ ਸਿਧਾਣੇ ਵੱਲੋਂ ਇਹ ਜਿਹੜੀ ਗੱਲ ਹੈ ਉਹ ਜੱਗੀ ਜੌਹਲ ਬਾਰੇ ਕੀਤੀ ਗਈ ਹੈ। ਪਹਿਲਾਂ ਵੀ ਬਹੁਤ ਸਾਰੇ ਪ੍ਰੋਟੈਸਟ ਹੋਏ ਨੇ, ਇੰਗਲੈਂਡ 'ਚ ਤਾਂ ਲਗਾਤਾਰ ਹੁੰਦੇ ਰਹਿੰਦੇ ਆ। ਜਿੱਥੇ ਤੁਸੀਂ ਉਹਨਾਂ ਦੀ ਵਾਈਫ ਦੀ ਗੱਲ ਕੀਤੀ ਹੈ, ਸੋ ਉਹਨਾਂ ਨੂੰ ਆਉਣ ਦੇ ਵਿੱਚ ਵੀ, ਯੂਕੇ ਲਿਆਉਣ ਦੇ ਵਿੱਚ ਵੀ ਬੜੀ ਜਦੋਜਹਿਦ ਕਰਨੀ ਪਈ ਸੀ ਕਿਸੇ ਵੇਲੇ। ਸੋ ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਨਹੀਂ ਸੀ ਵਧਾਉਂਦੇ, ਕਹਿੰਦੇ ਵੀ ਤੁਹਾਨੂੰ ਵਾਪਸ ਜਾਣਾ ਪੈਣਾ। ਸੋ ਬੜੀ ਕੋਸ਼ਿਸ਼ ਕਰਕੇ ਤੇ ਫਿਰ ਉਹਨਾਂ ਦਾ ਜਿਹੜਾ ਰਹਿਣ ਦਾ ਇੱਥੇ ਬਣਿਆ ਸੀਗਾ। ਇਹਦੇ ਵਿੱਚ ਹੁਣ ਇੱਕ ਵੱਡਾ ਜਿਹੜਾ ਆਪਾਂ ਕਹਿ ਦਈਏ ਵੀ ਨਵੀਂ ਅਪਡੇਟ ਇਹ ਆਈ ਹੈ ਕਿ ਇੰਗਲੈਂਡ ਦੀ ਸਰਕਾਰ ਯਾਨੀ ਕਿ ਇੱਥੋਂ ਦੀਆਂ ਏਜੰਸੀਜ਼ ਤੇ ਭਾਰਤੀ ਏਜੰਸੀਆਂ ਨੇ ਮਿਲ ਕੇ ਇਹ ਜਿਹੜੀ ਜੱਗੀ ਜੌਹਲ ਦੀ ਗ੍ਰਿਫਤਾਰੀ ਕਰਵਾਈ ਸੀਗੀ ਉੱਥੇ, ਹਨਾ। ਸੋ ਇਹ ਦੋਨੋਂ ਦੇਸ਼ਾਂ ਦੀਆਂ ਏਜੰਸੀਆਂ ਜੇ ਮਿਲੀਆਂ ਹੋਣ ਤਾਂ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ? ਸੋ ਗੱਲ ਜੇ ਦੇਖਿਆ ਜਾਵੇ ਫਿਰ ਆਪਾਂ ਨੂੰ ਇਹ ਸ਼ੋਅ ਕਰਦੀ ਹੈ ਚੀਜ਼ ਕਿ ਜਿੱਦਾਂ ਕਿ ਆਪਾਂ ਆਪਣੇ ਇਤਿਹਾਸ ਵੱਲ ਦੇਖੀਏ, ਸਿੱਖਾਂ ਨੂੰ ਭਾਵੇਂ ਸਮਝਣ ਵੀ ਇਹ ਹਾਂ ਬਹੁਤ ਵਧੀਆ ਕੰਮ ਕਰਦੇ ਹਨ, ਇਹਨਾਂ ਨੂੰ ਫੇਰ ਵੀ ਪਰ ਜਿਹੜੀਆਂ ਕੋਈ ਵੀ ਸਰਕਾਰ ਹੋਵੇ ਇਹਨਾਂ ਨੂੰ ਟੈਨਸ਼ਨ ਰਹਿੰਦੀ ਹੈ, ਕਰਕੇ ਇਹਨਾਂ ਨੂੰ ਜਿਹੜੀ ਆਪਣੀ ਸਪਿਰਿਟ ਆ ਨਾ, ਜਿਹੜੀ ਆਪਣੀ ਵੀ ਸਟਰੈਂਥ ਆ, ਉਹ ਕਹਿੰਦੇ ਵੀ ਕਿੱਥੋਂ ਆਉਂਦੀ। ਤਾਂ ਹੀ ਦਰਬਾਰ ਸਾਹਿਬ ਨੂੰ ਬਾਰ-ਬਾਰ ਅਟੈਕ ਕੀਤਾ ਗਿਆ, ਤਾਂ ਹੀ ਆਪਣੀ ਬਾਣੀ ਨੂੰ ਜਾਂ ਆਪਣੀਆਂ ਮਰਿਆਦਾ ਨੂੰ ਵਾਟਰ ਡਾਊਨ ਕਰਨ ਦੀ, ਡਾਇਲੂਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਕਿ ਹੁਣ ਆਪਾਂ ਦਰਬਾਰ ਸਾਹਿਬ ਦੇਖੀਏ, ਉੱਥੇ ਵੀ ਜੇ ਤੁਸੀਂ ਦੇਖੋ ਗੂਗਲ ਕਰ ਸਕਦੇ ਹੋ, ਤੇ ਉੱਤੇ ਉਹਨਾਂ ਨੇ ਚਰਚ ਵੀ ਬਣਾਤਾ ਸੀਗਾ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਔਕਸ਼ਨ ਕਰਨ ਦੀ, ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਔਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਉੱਥੇ ਦਰਸ਼ਨੀ ਦਿਓੜੀ ਤੇ ਸ਼ਾਇਦ ਉੱਥੇ ਇਤਿਹਾਸ ਲਿਖਿਆ ਹੋਇਆ, ਤੇ ਉੱਥੇ ਬੇਸਿਕਲੀ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਸੀ ਤੇ ਸੰਗਤਾਂ ਨੇ ਮਿਲ ਕੇ ਅਰਦਾਸ ਕੀਤੀ, ਤੇ ਕਹਿੰਦੇ ਆ ਕਿ ਅੱਗ ਦਾ ਗੋਲਾ ਕਹਿ ਸਕਦੇ ਆ ਆ ਕੇ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦੇ ਮੂਹਰੇ ਆ ਕੇ ਇੱਕ ਕਿਸਮ ਦਾ ਫਟਿਆ, ਤੇ ਜਿੱਦਾਂ ਨਾ ਚਮਤਕਾਰ ਵਾਂਗੂ ਜਿੱਦਾਂ ਹੋ ਗਿਆ। ਤੇ ਉਹ ਵਿੱਚ ਹੀ ਏਜੰਸੀਆਂ ਦੇ ਬੰਦੇ ਬੈਠੇ ਸੀ, ਉਹਨਾਂ ਨੇ ਜਾ ਕੇ ਸਰਕਾਰ ਨੂੰ ਦੱਸਿਆ ਵੀ ਦੇਖੋ ਜੀ ਵੀ ਆਹਾ ਹੋ ਗਿਆ ਉੱਥੇ। ਸੋ ਉਹ ਥੋੜੇ ਜਿਹੇ ਥੰਮ ਗਏ, ਹਨਾ। ਪਰ ਕਹਿਣ ਦੀ ਵੀ ਇੰਨਾ ਉਹ ਸੋਚਦੇ ਆ ਵੀ ਸਿੱਖਾਂ ਦੀ ਜਿਹੜੀ ਤਾਕਤ ਆ ਹਜੇ ਵੀ, ਇਹ ਜਿਹੜੇ ਇੱਥੇ ਦੀ ਸਰਕਾਰ ਆ, ਇਹਨਾਂ ਨੇ ਹੁਣ ਕੱਲ ਦਾ ਦਿਨ ਦੇਖੋ ਲੰਘ ਕੇ ਗਿਆ, ਜਿਹੜੇ ਆਪਣੇ ਸਿੱਖ ਰਾਜ ਦੀ ਆਪਾਂ ਗੱਲ ਕਰੀਏ, ਹੁਣ ਦੇਖੋ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਜਿੱਦਾਂ ਬੱਚਿਆਂ ਨੂੰ, ਜਿੱਦਾਂ ਪਹਿਲਾਂ ਤਾਂ ਉਹਨਾਂ ਪਰਿਵਾਰ ਨੂੰ ਖੇਰੂ ਕਰਤਾ, ਹਨਾ। ਫਿਰ ਜਿਹੜਾ ਇੱਕ ਪ੍ਰਿੰਸ ਰਿਹਾ ਸੀਗਾ ਮਹਾਰਾਜਾ ਦਲੀਪ ਸਿੰਘ, ਉਹਨਾਂ ਨੂੰ ਦੇਖੋ ਇੱਥੇ ਪਹਿਲਾਂ ਤਾਂ ਕ੍ਰਿਸਚੀਅਨ ਬਣਾ ਕੇ ਫਿਰ ਇੱਥੇ ਲਿਆਂਦਾ, ਫਿਰ ਜਿੱਦਾਂ ਇੱਕ ਕਿਸਮ ਦਾ ਕਬਜ਼ੇ 'ਚ ਨਹੀਂ, ਜਿੱਦਾਂ ਫਿਰ ਉਹਨੂੰ ਤੋੜਤਾ, ਸੰਗਤ ਨਾਲੋਂ ਤੋੜਤਾ, ਇਹ ਕਹਿ ਸਕਦੇ ਜਾਂ ਆਪਣੇ ਜਿਹੜੀ ਪੰਜਾਬ ਨਾਲੋਂ ਤੋੜਤਾ, ਵੀ ਇਹਨੂੰ ਪਤਾ ਨਾ ਲੱਗੇ ਵੀ ਇਹਦੀ ਵਿਰਾਸਤ ਕੀ ਆ। ਸੋ ਇਹ ਬਹੁਤ ਡੂੰਘੀਆਂ ਸਾਜ਼ਿਸ਼ਾਂ, ਪਰ ਆਪਾਂ ਨੂੰ ਸਮਝਣਾ ਚਾਹੀਦਾ ਵੀ ਕੀ ਚੱਲ ਰਿਹਾ ਤੇ ਕਿਉਂ ਚੱਲ ਰਿਹਾ। ਸੋ ਜਿੱਥੇ ਗੱਲ ਦੋਨਾਂ ਏਜੰਸੀਆਂ ਦੀ ਭਾਜੀ ਕਰਦੇ ਆ ਆਪਾਂ ਕਿ ਜੱਗੀ ਜੌਹਲ ਦੇ ਮਾਮਲੇ ਦੇ ਵਿੱਚ ਤੁਸੀਂ ਹੁਣ ਜਿਹੜੇ ਆਖਰੀ ਮਹਾਰਾਜਾ ਸਾਡੇ ਜਿਹੜੇ ਸੀਗੇ ਭਾਈ ਦਲੀਪ ਸਿੰਘ ਜੀ, ਸੋ ਉਹਨਾਂ ਦੀ ਵੀ ਗੱਲ ਕੀਤੀ, ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ। ਸੋ ਆਪਾਂ ਜੇ ਗੱਲ ਕਰੀਏ ਵੀ ਗੋਰਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੈਗੀ ਸਿੱਖਾਂ ਨੂੰ ਖਤਮ ਕਰਨ ਦੀ, ਹਨਾ, ਸਿੱਖ ਪੰਥ ਨੂੰ। ਹੁਣ ਜਿੱਥੇ ਆਪਾਂ ਕਹੀਏ 7-8 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆ ਕੇ ਇੱਥੇ ਈਸਾਈ ਤੱਕ ਬਣਾ ਦਿੱਤਾ ਗਿਆ, ਐਸ਼ੋ ਆਰਾਮ, ਵਾਈਨਸ, ਉਸ ਤੋਂ ਬਾਅਦ ਬੜਾ ਕੁਛ ਉਹਨਾਂ ਨੂੰ ਜਿਹੜਾ ਉਹਨਾਂ ਦਾ ਚੇਂਜ ਕਰ ਦਿੱਤਾ ਗਿਆ ਬਿਲਕੁਲ, ਹਨਾ। ਪਰ ਅਖੀਰ 'ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਸਿੱਖ ਰਾਜ ਦਾ ਵਾਰਸ ਹਾਂ, ਹਨਾ। ਸੋ ਮਤਲਬ ਕਿ ਜੱਗੀ ਜੌਹਲ ਦੇ ਮਾਮਲੇ ਤੱਕ, ਉਸ ਤੋਂ ਬਾਅਦ ਇੱਕ ਹੋਰ ਜਿਹੜੀ ਵੱਡਾ ਪੁਆਇੰਟ, ਮਾਰਗਰੇਟ ਥੈਚਰ, ਉਹਨਾਂ ਦੀ ਗਵਰਨਮੈਂਟ ਜਿਹੜੀ ਹੈ, ਉਹਨਾਂ ਦਾ ਵੀ ਇਨਵੋਲਵਮੈਂਟ ਆਈ ਸੀਗੀ ਕਿ 84 ਦੇ ਵਿੱਚ ਅਟੈਕ ਜਿਹੜਾ ਹੋਇਆ ਇੰਦਰਾ ਗਾਂਧੀ ਦੇ ਨਾਲ, ਕੋਈ ਉਹਨਾਂ ਦੀ ਗੰਢ ਤੁੱਪ ਸੀਗੀ, ਹਨਾ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਚੱਲਦਾ ਪਿਆ, ਪਹਿਲਾਂ ਦਾ ਹੀ ਚੱਲਿਆ ਹੁੰਦਾ, ਪਹਿਲਾਂ ਦਾ ਹੀ। ਸੋ ਇਹ ਸਿੱਖ ਜਦੋਂ ਇਹਨਾਂ ਦਾ ਬ੍ਰਿਟਿਸ਼ ਰਾਜ ਸੀਗਾ ਉੱਥੇ, ਤਾਂ ਇਹਨਾਂ ਦੇ ਨਾਲ ਹੀ ਆਪਣੇ ਬੇਸਿਕਲੀ ਆਪਣੇ ਫੌਜੀ ਵੀ ਸੀਗੇ, ਜਿਹੜੇ ਸਿੱਖ ਫੌਜੀ ਸੀਗੇ, ਸਿੱਖ ਰੈਜੀਮੈਂਟ ਇਹਨਾਂ ਨੇ ਬਣਾਈ ਸੀ। ਸੋ ਇਹਨਾਂ ਨੂੰ ਪਤਾ ਵੀ ਆਪਣੀ ਪੋਲਿਟਿਕਸ ਕੀ ਆ, ਵੀ ਆਪਣਾ ਧਰਮ ਕਿੱਦਾਂ ਚੱਲਦਾ। ਇਹਨਾਂ ਨੂੰ ਸ਼ਾਇਦ ਆਪਣੇ ਨਾਲੋਂ ਵੱਧ ਪਤਾ ਵੀ ਇਹ ਕੀ ਕਰ ਸਕਦੇ, ਕਿੱਦਾਂ ਆਪਰੇਟ ਕਰਦੇ ਆ, ਕਿਉਂਕਿ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨਾ ਏਜੰਸੀਆਂ, ਇਹ ਅੱਜ ਦਾ ਨਹੀਂ ਸੋਚਦੇ, ਇਹ 20, 25, 30 ਸਾਲ ਜਿਹੜੀ ਟੈਕਨੋਲੋਜੀ ਵੀ ਇਹ ਕਹਿੰਦੇ ਇਦਾਂ ਹੀ ਹੁੰਦੀ ਹੈ। ਜਿਹੜੇ ਆਪਣੇ ਕੋਲ ਅੱਜ ਕੱਲ੍ਹ ਟੈਕਨੋਲੋਜੀ ਆਈਫੋਨ ਵਗੈਰਾ ਆਪਾਂ ਸੋਚਦੇ ਵਾਹ
ਪਤਾ ਨਹੀਂ ਕੀ ਆ, ਪਰ ਇਹਨਾਂ ਕੋਲ ਕਹਿੰਦੇ ਉਦੋਂ ਵੀ ਵੱਧ ਟੈਕਨੋਲੋਜੀਆਂ ਹੁੰਦੀਆਂ, ਆਰਮੀ ਵਗੈਰਾ ਨੂੰ ਦਿੰਦੇ ਆ, ਆਪਾਂ ਨੂੰ ਬਾਅਦ ਚ ਦਿੰਦੇ ਆ। ਅੱਛਾ, ਇਹਦਾ ਮਤਲਬ ਇਹ ਆ ਵੀ ਸਿੱਖ ਆਪਣੇ ਆਪ ਨੂੰ ਸਮਝ ਨਹੀਂ ਸਕੇ ਤੇ ਗੋਰੇ ਸਮਝ ਚੁੱਕੇ। ਬਿਲਕੁਲ ਬਿਲਕੁਲ ਬਿਲਕੁਲ। ਇਹਨਾਂ ਨੇ ਜੇ ਸਾਰੀ ਦੁਨੀਆ ਤੇ ਕਹਿ ਸਕਦੇ ਰਿਸਰਚ ਕੀਤੀ ਸੀ ਫੇਰ ਹੀ ਆ, ਕਹਿੰਦੇ ਸੀਗੇ ਇਹਨਾਂ ਦੇ ਜਿਹੜੇ ਰਾਜ ਆ ਨਾ ਇਹਦੇ ਉੱਤੇ ਬ੍ਰਿਟਿਸ਼ ਐਮਪਾਇਰ ਤੇ ਕਹਿੰਦੇ ਕਦੇ ਸੂਰਜ ਛਿਪਦਾ ਨਹੀਂ, ਮਤਲਬ ਵੀ ਇਹਨਾਂ ਦੇ ਇੱਥੇ ਜਿੱਥੇ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਸੀਗਾ ਵੀ ਉੱਥੇ ਇਹਨਾਂ ਦਾ ਜਿਹੜੀ ਸੂਰਜ ਹਮੇਸ਼ਾ ਸੀਗਾ ਹਨਾ। ਪਰ ਇੱਕ ਹੋਰ ਮੈਂ ਗੱਲ ਕਰਦਾ, ਤੁਸੀਂ ਇਹ ਸੱਚ ਦੀ ਗੱਲ ਕੀਤੀ, ਸੋ ਇੱਕ ਤਾਂ ਇਹ ਸੁਣ ਚ ਆਇਆ ਕਿ ਇਹਨਾਂ ਦੀ ਫਰੈਂਡਸ਼ਿਪ ਸੀ ਇੰਦਰਾ ਦੀ ਤੇ ਇਹਦੀ ਹਨਾ, ਤੇ ਪਰ ਇਹਨਾਂ ਨੇ ਜਿਹੜੇ ਪਲੈਨਿੰਗ ਤੌਰ ਤੇ ਸਹਾਇਤਾ ਕੀਤੀ ਆਰਮੀ ਨਾਲ, SAS ਨਾਲ, ਇਹ ਚੀਜ਼ਾਂ ਪੇਪਰਾਂ ਚ ਨਿਕਲੀਆਂ ਹਨਾ। ਜਿਹੜੇ ਉਹ ਵੀ ਗੋਰਾ ਸੀ ਕੋਈ ਰਿਪੋਰਟਰ ਜਿਹਨੇ ਐਕਚੁਅਲੀ ਇਹ ਛਾਣਬੀਨ ਕੀਤੀ ਸੀ। ਪਰ ਬਹੁਤ ਕੁਛ ਆ ਜਿਹੜਾ ਹਜੇ ਵੀ ਉਹ ਜਿੱਦਾਂ ਲੋ ਹੁੰਦੇ ਆ ਕੁਛ ਸਾਲਾਂ ਬਾਅਦ ਇਹਨਾਂ ਨੂੰ ਰਿਲੀਜ਼ ਕਰਨਾ ਪੈਂਦਾ, ਜਿੱਦਾਂ ਨਹੀਂ ਪਬਲਿਕ ਇਹਨੂੰ ਜਾਨੀ ਕਰ ਸਕਦੀ ਹੈ ਪਬਲਿਕ ਅਪਲਾਈ ਵੀ ਸਾਨੂੰ ਆਹ ਦਿਖਾਓ ਪੇਪਰ। ਇਹਨਾਂ ਦੇ ਪੇਪਰ ਹੀ ਜਿੱਦਾਂ ਜਿਆਦਾ ਬਲੈਕ ਆਊਟ ਕੀਤੇ ਹੁੰਦੇ ਤੁਸੀਂ ਦੇਖਿਆ ਹੁੰਦਾ, ਜਾਂ ਉਹ ਪੇਪਰ ਕਹਿੰਦੇ ਬਈ ਨਹੀਂ ਅਸੀਂ ਕਰਨੇ ਹੀ ਨਹੀਂ, ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਵੀ ਅਸੀਂ ਦਿਖਾਉਣੇ ਨਹੀਂ। ਇਹਨਾਂ ਨੂੰ ਇਹ ਆ ਵੀ ਅਸੀਂ ਕਰ ਲਈਏ ਫਿਰ ਬਾਅਦ ਚ ਪੜਦੇ ਪਾ ਦਈਏ। ਹੁਣ ਜਲਿਆਂਵਾਲਾ ਬਾਗ ਤੁਸੀਂ ਦੇਖ ਲਓ, ਉੱਥੇ ਕਿੰਨਾ ਘਾਣ ਕੀਤਾ, ਇਹਨਾਂ ਨੇ ਕੀਤਾ ਜੀ ਹਨਾ। ਸੋ ਜਿਹੜੀਆਂ ਵੀ ਸਰਕਾਰਾਂ ਆਈਆਂ, ਦਰਬਾਰ ਸਾਹਿਬ ਤਾਂ ਆਪਾਂ ਨੂੰ ਤਾਂ ਕਿਉਂਕਿ ਆਪਣਾ ਬਹੁਤ ਵੱਡਾ ਜਿਹੜੀ ਅਸਥਾਨ ਆ, ਜਿੱਦਾਂ ਆਪਣਾ ਬਹੁਤ ਉੱਥੇ ਪਿਆਰ ਜੁੜਿਆ ਹੋਇਆ, ਉੱਥੇ ਆਸਥਾ ਜੁੜੀ ਆ। ਪਰ ਜੇ ਦੇਖਿਆ ਜਾਵੇ ਹੋਰ ਪਤਾ ਨਹੀਂ ਇਹ ਕਿੱਥੇ ਕਿੱਥੇ ਸਰਕਾਰਾਂ ਕੀ ਕੀ ਘਾਣ ਕਰਦੇ ਨੇ। ਜਿਵੇਂ ਕਿ ਦਰਬਾਰ ਸਾਹਿਬ ਕਹਿੰਦੇ ਸੀਗੇ ਸੰਤ ਜੀ ਗਏ ਉੱਥੇ ਤਾਂ ਅਟੈਕ ਹੋਇਆ, ਉਹਨਾਂ ਨੇ ਕਿਉਂ ਹੋਇਆ ਆਪਣੇ ਬੰਦੇ ਵੀ ਕਹਿੰਦੇ ਸੀ, ਪਰ ਹੋਰ ਕਈ ਜਗ੍ਹਾ ਹੈਲੀਕਾਪਟਰ ਗਨਸ਼ਿਪ ਟੈਂਕ ਹੋਰ ਪਤਾ ਨਹੀਂ ਕੀ ਕੁਛ ਹੋਇਆ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ, ਢਾਏ ਗਏ, ਬੇਅਦਬੀ ਹੋਈ, ਜਿਹੜੇ ਆਪਣੇ ਸਿਆਣਿਆਂ ਨਾਲ ਬੱਚਿਆਂ ਨਾਲ ਬੀਬੀਆਂ ਨਾਲ ਜਿਹੜੇ ਬੇਪੱਤੀ ਕੀਤੀ ਗਈ ਹਨਾ। ਸੋ ਉੱਥੇ ਸੰਤ ਜੀ ਤਾਂ ਨਹੀਂ ਸੀ। ਸੋ ਇਹ ਸੋਚਣ ਵਾਲੀਆਂ ਗੱਲਾਂ, ਸੋਚਣ ਵਾਲੀਆਂ ਬਿਲਕੁਲ। ਅੱਜ ਦਾ ਜਿਹੜਾ ਵਾਕਿਆ ਚੀਜ਼ ਪੁਆਇੰਟ ਜਿਹੜੇ ਭਾਜੀ ਬਹੁਤ ਸੋਹਣੇ ਨਿਕਲ ਕੇ ਸਾਹਮਣੇ ਆਏ ਆ, ਜਿਹੜੇ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਹੋਣੀ ਚਾਹੀਦੀ ਹੈ ਕਿ ਆਪਾਂ ਜਿੱਥੇ ਗੱਲ ਕਰਦੇ ਆ ਨਾ ਵੀ ਭਾਰਤ ਦੀ ਹੁਕੂਮਤ ਨੇ ਆਹ ਕੀਤਾ ਉਹ ਕੀਤਾ, ਠੀਕ ਹੈ ਉਹ ਸਾਰਾ ਕੁਝ ਹੈ, ਪਰ ਜਿੱਥੇ ਆਪਾਂ ਗੱਲ ਅੰਗਰੇਜ਼ਾਂ ਦੀ ਕਰਦੇ ਆ ਤਾਂ ਅੰਗਰੇਜ਼ ਤਾਂ ਇਹਨਾਂ ਤੋਂ ਵੀ ਪਹਿਲਾਂ ਜਿਹੜੇ ਆ ਉਹ ਕਿਵੇਂ ਸਿੱਖਾਂ ਨੂੰ ਮਲੀਆਮੇਟ ਕਰਨ ਤੇ ਤੁਲੇ ਹੋਏ ਆ ਹੈਨਾ। ਜਦੋਂ ਵਰਲਡ ਵਾਰ 1 ਹੁੰਦੀ ਹੈ 2 ਹੁੰਦੀ ਹੈ, ਉਹਦੇ ਵਿੱਚ ਸਿੱਖਾਂ ਨੂੰ ਵਰਤਿਆ ਗਿਆ, ਵਰਤ ਕੇ ਇਹਨਾਂ ਨੂੰ ਕਿਹਾ, ਇੱਕ ਜਿਹੜੀ ਰੈਜੀਮੈਂਟ ਇਹਨਾਂ ਵੱਲੋਂ ਬਣਾਈ ਸੀ ਉਹਦੇ ਵਿੱਚ ਖਾਸ ਰਿਕੁਆਇਰਮੈਂਟ ਸੀਗੀਆਂ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ, ਦਾੜੀ ਹੋਣੀ ਚਾਹੀਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਸੀਂ ਦੇਖਿਆ ਹੋਣੀਆਂ ਪੁਰਾਣੀਆਂ ਤਸਵੀਰਾਂ ਨਾਲ ਜਾਂਦੇ ਸੀਗੇ ਹਨਾ। ਤੇ ਮੈਂ ਅੱਜ ਦੇਖ ਰਿਹਾ ਸੀਗਾ ਫੇਸਬੁੱਕ ਦੇ ਉੱਤੇ ਨਾ ਇੱਕ ਐਡਵਰਟਾਈਜ਼ਮੈਂਟ ਚੱਲਦੀ ਹੈ ਕਿ ਤੁਸੀਂ UK ਦੀ ਜਿਹੜੀ ਇੰਗਲੈਂਡ ਦੀ ਆਰਮੀ ਇਹਦੇ ਵਿੱਚ ਭਰਤੀ ਹੋਵੋ, ਯਾਨੀ ਕਿ ਉਹਦੇ ਵਿੱਚ ਇੱਕ ਸਿੱਖ ਚਿਹਰਾ ਦਿਖਾਇਆ ਜਾਂਦਾ, ਉਹਦੇ ਵਿੱਚ ਦਸਤਾਰ ਵਾਲਾ ਜਿਹੜਾ ਸਿੱਖ ਦਿਖਾਇਆ ਜਾਂਦਾ, ਪਰ ਥੱਲੇ ਕਮੈਂਟ ਪਤਾ ਕੀ ਆਉਂਦੇ ਆ ਕਿ ਕਿਉਂ ਸਿੱਖ ਜਿਹੜੇ ਨੇ ਉਹ ਕਿਉਂ ਦਸਤਾਰ ਪਾ ਕੇ ਸਾਡੀ ਆਰਮੀ 'ਚ ਹੋਣ, ਇਹ ਬਾਕੀਆਂ ਵਾਂਗੂ ਜਿਹੜੇ ਹੈਲਮਟ ਇਹਨਾਂ ਨੂੰ ਪਾਉਣੇ ਚਾਹੀਦੇ ਆ। ਮੇਰੇ ਕਹਿਣ ਦਾ ਮਤਲਬ ਹੈ ਵੀ ਜਦੋਂ ਤੋਂ ਤੁਹਾਨੂੰ ਜ਼ਰੂਰਤ ਸੀਗੀ ਵਰਲਡ ਵਾਰ 1 ਚ 2 ਚ ਕੁਰਬਾਨੀਆਂ ਦੀ, ਉਦੋਂ ਤੁਸੀਂ ਦਸਤਾਰਧਾਰੀ ਮੰਗਦੇ ਸੀ, ਅੰਮ੍ਰਿਤਧਾਰੀ ਮੰਗਦੇ ਸੀ, ਅੱਜ ਕਹਿੰਦੇ ਹੋ ਵੀ ਹੈਲਮਟ ਪਾ ਕੇ ਆਓ। ਪਰ ਜਿਹੜੀ ਰੋਇਲ ਫੈਮਿਲੀ ਆ ਤੇ ਜਿਹੜੀ ਫੌਜ ਆ ਉਹ ਸਮਝਦੀ ਆ, ਆਪਾਂ ਹੀ ਨਹੀਂਗੇ, ਸਿੱਖ ਹੀ ਨਹੀਂ ਸੀ, ਇਹ ਗੋਰਖਿਆਂ ਨੂੰ ਵੀ ਲਿਆਏ ਸੀਗੇ, ਤੁਸੀਂ ਦੇਖਿਆ ਹੋਣਾ ਉਹਨਾਂ ਦੀ ਵੀ ਅਲੱਗ ਰੈਜੀਮੈਂਟ। ਤੇ ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹ ਦੁਬਾਰਾ ਫਾਇਰ ਅਪ ਕਰਨ ਦੀ ਵੀ ਸਿੱਖ ਰੈਜੀਮੈਂਟ ਦੁਬਾਰਾ ਹੋਣ ਚਾਵੇ, ਪਰ ਜਿਹੜਾ ਇਹਨਾਂ ਦਾ PC ਨਹੀਂ ਕਹਿੰਦੇ ਆਪਾਂ ਪੋਲੀਟੀਕਲ ਕਰੈਕਟਨੈਸ, ਉਹਦੇ ਕਰਕੇ ਲੋਕਾਂ ਨੇ ਵਿਰੋਧ ਕੀਤਾ ਸੀਗਾ ਵੀ ਨਹੀਂ ਬਈ ਇੱਕ ਧਰਮ ਦਾ ਨਹੀਂ ਹੋ ਸਕਦਾ। ਪਰ ਇਹ ਗੱਲ ਇਹ ਸਮਝਦੇ ਆ ਵੀ ਇਹ ਵਾਰੀਅਰਸ ਆ, ਵੀ ਇਹਨਾਂ ਦਾ ਜਿਹੜਾ ਉਹ ਰਹਿਣੀ ਬਹਿਣੀ ਜਿਹੜਾ ਵੀ ਉਹ ਜਿਹੜੀ ਤੁਸੀਂ ਅੰਮ੍ਰਿਤ ਛਕਣ ਦੀ ਗੱਲ ਕੀਤੀ ਵੀ ਅੰਮ੍ਰਿਤਧਾਰੀ ਹੋਵੇ ਤੇ ਸ਼ਸਤਰਧਾਰੀ ਹੋਵੇ ਤੇ ਉਹ ਬਾਣਾ ਹੋਵੇ, ਉਹ ਚੀਜ਼ਾਂ ਇਹ ਸਮਝਦੇ ਆ ਵੀ ਇਹ ਇਕੱਠੇ ਵਧੀਆ ਲੜਦੇ ਆ। ਹੁਣ ਇੰਡੀਆ ਦੇ ਬਾਰਡਰਾਂ ਤੇ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ ਉੱਥੇ ਸਿੱਖ ਕਿਉਂ ਬਾਏ ਆ? ਕੋਈ ਤਾਂ ਰੀਜ਼ਨ ਹੈ ਨਾ, ਸਾਰੇ ਸਮਝਦੇ ਆ। ਸਾਡੀ ਟ੍ਰੈਜੇਡੀ ਇਹ ਆ ਕਿ ਸਾਨੂੰ ਵਰਤਿਆ ਜਾਂਦਾ ਪਰ ਸਾਨੂੰ ਸਮਝ ਨਹੀਂ ਲੱਗਦੀ। ਹੁਣ ਪਰ ਇੱਥੇ ਦੇ ਮੁਲਕ ਦੀ ਵੀ ਆਪਾਂ ਜਿਹੜੇ ਲੇਟੈਸਟ ਟੱਚ ਕਰੀਏ, ਹੁਣ ਆਹ ਜਿਹੜੀ ਨਵੀਂ ਪ੍ਰਾਈਮ ਮਿਨਿਸਟਰ ਬਣੀ ਸੀ, ਇਹਨੇ 4 ਦਿਨ ਨਹੀਂ ਕੱਢੇ, ਸ਼ਾਇਦ ਇਹਨੇ ਖਲਾਰਾ ਪਾ ਕੇ ਰੱਖਤਾ। ਪਾਉਂਡ ਇੰਨਾ ਲੋ ਚਲ ਗਿਆ ਜਿੱਦਾਂ ਡਾਲਰ ਨਾਲੋਂ ਵੀ ਸ਼ਾਇਦ, ਜਾਂ ਤਾਂ ਭਾਰਤ ਹੀ ਚਲ ਗਿਆ ਸੀ ਸ਼ਾਇਦ, ਜਾਂ ਥੱਲੇ ਚਲ ਗਿਆ, ਜਾਨੀ ਇੰਨਾ ਮੈਸ ਬਣਾਤਾ। ਹੁਣ ਸੁਣ ਜਾ ਰਿਹਾ ਸ਼ਾਇਦ ਬੋਰਿਸ ਫੇਰ ਆ ਜਾਵੇ, ਐਂ ਲੱਗਦਾ ਵੀ ਇਹ ਵੀ ਸਾਜ਼ਿਸ਼ ਹੈ। ਸੋ ਆਪਾਂ ਜੇ ਕਿਸੇ ਵੀ ਗਵਰਨਮੈਂਟ ਨੂੰ ਸੋਚੀਏ ਨਾ ਕਿ ਇਹ ਸਾਡੇ ਨਾਲ ਸੱਚੇ ਚੱਲ ਰਹੇ ਆ, ਵੀ ਸਹੀ ਚੱਲ ਰਹੇ ਆ, ਉਹ ਭੁੱਲ ਜੋ ਇਹ ਸਾਰੀਆਂ ਗਵਰਨਮੈਂਟਾਂ ਲੋਕਾਂ ਨੂੰ ਕੰਟਰੋਲ 'ਚ ਰੱਖਣ ਨੂੰ ਹੁੰਦੀਆਂ ਬਣਾਈਆਂ ਹੁੰਦੀਆਂ। ਬਿਲਕੁਲ ਸਿੱਖ ਕੌਮ ਨੂੰ ਸਮਝਣਾ ਚਾਹੀਦਾ ਜੀ, ਵਰਤੇ ਜਾਂਦੇ ਰਹੇ ਹੋ ਸ਼ੁਰੂ ਤੋਂ ਲੈ ਕੇ, ਕਦੇ ਵਰਲਡ ਵਾਰ 1 2 ਆ ਗਈ, ਫਿਰ ਆਜ਼ਾਦੀ ਦੀ ਲੜਾਈ ਕਹਿ ਲਈਏ, ਉਸ ਤੋਂ ਬਾਅਦ ਪੰਜਾਬੀ ਸੂਬਾ, ਬਹੁਤ ਕੁਝ ਚੱਲਦਾ ਰਿਹਾ। ਪਰ ਇਹ ਸਰਕਾਰਾਂ ਕਿਵੇਂ ਜੱਗੀ ਜੌਹਲ, ਉਸ ਤੋਂ ਬਾਅਦ ਹੋਰ ਮਾਰਗਰੇਟ ਥੈਚਰ ਹੋਰਾਂ ਦੀ ਗਵਰਨਮੈਂਟ ਜਦੋਂ ਸੀ ਇੰਗਲੈਂਡ ਦੇ ਵਿੱਚ, ਤੇ ਉਦੋਂ ਕੀ ਹੋਇਆ, ਉਸ ਤੋਂ ਪਹਿਲਾਂ ਅੱਜ ਵੀ ਸਾਡੇ ਸ਼ਹਿਨਸ਼ਾਹ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਾਰਾ ਸਾਜੋ ਸਮਾਨ ਜਿਹੜਾ ਹੈ
ਮਿਊਜ਼ੀਅਮਸ ਦੇ ਵਿੱਚ ਪਿਆ ਹੋਇਆ ਇੰਗਲੈਂਡ ਦੇ ਵਿੱਚ, ਜੇਕਰ ਕਿਤੇ ਆ ਕੇ ਦੇਖਿਆ ਜਾਵੇ। ਅੱਛਾ ਭਾਜੀ, ਇੱਕ ਹੋਰ ਚੀਜ਼ ਮੈਂ ਟੱਚ ਕਰਨੀ ਚਾਹੁੰਦਾ, ਸੌਰੀ ਮੈਨੂੰ ਚਲਦੀ ਗੱਲ 'ਚ ਯਾਦ ਭੁੱਲ ਗਈ, ਤੁਸੀਂ ਜਿਹੜੀ ਗੱਲ ਕਰਦੇ ਸੀ ਸੈਚਰ ਦੀ, ਪਰ ਜੇ ਹੁਣ ਵੀ ਦੇਖਿਆ ਜਾਵੇ ਸੋ ਇੱਕ ਪਾਸੇ ਤਾਂ ਗਵਰਨਮੈਂਟ ਪਰਿਵਾਰ ਨੂੰ ਕਹਿ ਰਹੀ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਜਿਹੜੀ ਖੁੱਲ ਕੇ ਗੱਲ ਤਾਂ ਇਹਨਾਂ ਨਾਲ ਬਹਿ ਕੇ ਹੁਣ ਤੱਕ ਕੀਤੀ ਨਹੀਂ, ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਪਰਿਵਾਰ ਨਾਲ। ਪਰ ਜਿਹੜੇ ਹੁਣ ਚਾਰजेस ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਰ ਦਿੱਤੇ ਗਏ ਇੰਡੀਆ ਸਰਕਾਰ ਵੱਲੋਂ, ਇਹ ਸੁਣ ਚ ਆਇਆ ਕਿ ਇਹ ਫੇਰ ਸਰਕਾਰ ਦਾ, ਇੱਥੇ ਦੀ ਯੂਕੇ ਸਰਕਾਰ ਦਾ ਕਲੂਜਨ ਆ, ਜਾਨੀ ਨਾਲ ਰਲ ਕੇ ਕਰਾ ਰਹੇ ਆ। ਸੋ ਇੱਕ ਪਾਸੇ ਸਾਨੂੰ ਕਹਿ ਰਹੇ ਅਸੀਂ ਤੁਹਾਡੀ ਮਦਦ ਕਰਾਂਗੇ। ਦੇਖੋ ਹੋਰ ਕਿਸੇ ਮੁਲਕ ਸੀ, ਇਰਾਨ ਚ ਸੀ ਸ਼ਾਇਦ ਇੱਕ ਬੀਬੀ, ਬ੍ਰਿਟਿਸ਼ ਬੀਬੀ ਸੀਗੀ, ਬਿਲਕੁਲ ਛਡਾ ਲਈ, ਪਤਾ ਨਹੀਂ ਕਿੰਨੇ ਕਰੋੜ ਉਹਨਾਂ ਨੂੰ ਪੇਮੈਂਟ ਕਰਨੀ ਪਈ, ਪਤਾ ਨਹੀਂ 50-60 ਸਾਲ ਪਹਿਲਾਂ ਦਾ ਵਰਲਡ ਵਾਰ ਦੇ ਖਣੀ ਕੋਈ ਉਹਨਾਂ ਦੀ ਐਗਰੀਮੈਂਟ ਸੀਗੀ ਜਿਹੜੀ ਇਹਨਾਂ ਨੇ ਪੇ ਕਰਨੇ ਸੀ, ਉਹ ਪੇ ਕਰਕੇ ਛਡਾਈ, ਕਿਉਂਕਿ ਬ੍ਰਿਟਿਸ਼ ਸੀ ਨਾ, ਵਾਈਟ ਸੀ। ਹੁਣ ਕਹਿਣ ਇਹਨਾਂ ਨੂੰ, ਸਾਨੂੰ ਕਹਿਣ ਦੀ ਲੋੜ ਆ ਕਿ ਇਹ ਵੀ ਤੁਹਾਡਾ ਬ੍ਰਿਟਿਸ਼ ਸਿਟੀਜ਼ਨ ਆ, ਇਹਦਾ ਵੀ ਰੈੱਡ ਪਾਸਪੋਰਟ ਸੀ। ਬਿਲਕੁਲ ਬਈ ਤੁਸੀਂ, ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਕੁਝ ਪੇ ਕਰੋ, ਪਰ ਤੁਸੀਂ ਪ੍ਰੈਸ਼ਰ ਪਾ ਕੇ ਕਹਿ ਤਾਂ ਸਕਦੇ ਹੋ ਸਾਡਾ ਬੰਦਾ ਛੱਡੋ। ਬਿਲਕੁਲ ਭਾਜੀ, ਗੱਲ ਪ੍ਰੈਸ਼ਰ ਪਾਉਣ ਦੀ ਆਪਾਂ ਕਰ ਰਹੇ ਹਾਂ, ਪਰ ਦੂਸਰੇ ਪਾਸੇ ਕਹਿੰਦੇ ਵੀ ਸਰਕਾਰਾਂ ਵੀ ਮਿਲੀਆਂ ਹੋਈਆਂ ਹਨ, ਕਿੱਥੋਂ ਆਪਾਂ ਉਮੀਦ ਕਿੱਥੋਂ ਕਰਦੇ ਹਾਂ। ਬਿਲਕੁਲ ਦੋਸਤੋ, ਹੁਣ ਚੱਲਦੇ ਹਾਂ, ਇਹ ਗੱਲਬਾਤ ਜਿਹੜੀ ਆ ਜੱਗੀ ਜੌਹਲ ਬਾਰੇ ਹੈ, ਤੇ ਜੱਗੀ ਜੌਹਲ ਦੀ ਗੱਲ ਕਰਦੇ ਹਾਂ। ਪਿੱਛੇ ਤੱਕ ਆਪਾਂ ਵਰਲਡ ਵਾਰ 1 ਤੱਕ ਘੁੰਮ ਆਏ ਆ, ਸੋ ਤੁਸੀਂ ਸਮਝ ਗਏ ਹੋਣੇ ਆ ਕਿ ਕੀ ਗੱਲਾਂ ਬਾਤਾਂ ਚੱਲਦੀਆਂ। ਸੋ ਗੱਲ ਹੁਣ ਨਕਲੀ ਪਾਸਟਰਾਂ ਦੀ ਕਰਨੀ ਭਾਜੀ ਆਪਾਂ। ਹਾਂਜੀ, ਨਕਲੀ ਪਾਸਟਰ ਜਿਹੜੇ ਨੇ ਉਹ ਚੈਲੰਜ ਕਰ ਰਹੇ ਆ, ਉਹ ਬਾਰ-ਬਾਰ ਜਿਹੜੀ ਉਹ ਗੱਲ ਹੋ ਰਹੀ ਹੈ ਕਿ ਚੈਲੰਜ ਕੀਤਾ ਜਾ ਰਿਹਾ। ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰ ਦਿੰਦਾ ਸਾਰਿਆਂ ਨੂੰ ਕਿ ਅਸੀਂ ਕਿਸੇ ਵੀ ਧਰਮ ਦੇ ਵਿਰੁੱਧ ਦੇ ਵਿੱਚ ਨਹੀਂ ਆ, ਅਸੀਂ ਰਿਸਪੈਕਟ ਕਰਦੇ ਆ, ਕ੍ਰਿਸਚੀਅਨ ਧਰਮ ਦੀ ਰਿਸਪੈਕਟ ਕਰਦੇ ਆ, ਕਿਉਂਕਿ ਅਸੀਂ ਜਿਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਇੱਥੇ ਤਾਂ ਕ੍ਰਿਸਚੀਅਨਿਟੀ ਜਿਹੜੀ ਹੈਗੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਆ, ਤੇ ਆਪਾਂ ਰਿਸਪੈਕਟ ਕਰਦੇ ਆ ਹਰ ਧਰਮ ਦੀ। ਸਿੱਖ ਉਹ ਹੁੰਦਾ ਹੀ ਉਹ ਹੈ ਜਿਹੜਾ ਹਰ ਇੱਕ ਧਰਮ ਦੀ ਰਿਸਪੈਕਟ ਕਰੇ, ਪਰ ਸਿਰਫ ਗੱਲ ਨਕਲੀ ਪਾਸਟਰਾਂ ਦੀ ਹੈ। ਸੋ ਉਹ ਚੈਲੰਜ ਕਰ ਰਹੇ ਨੇ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੁਣ ਅੰਮ੍ਰਿਤਪਾਲ ਨੂੰ ਵੀ ਉਹ ਕਰ ਰਹੇ ਚੈਲੰਜ ਕਿ ਆ ਕੇ ਸਾਡੇ ਨਾਲ ਡਿਬੇਟ ਕਰ ਲਓ, ਆਹ ਕਰ ਲਓ, ਉਹ ਕਰ ਲਓ। ਫਿਰ ਵਿੱਚੇ ਕੁਝ ਸਾਡੇ ਬੰਦੇ ਵੀ ਜਿੱਦਾਂ ਸੋਨੀਆ ਮਾਨ ਵਰਗੇ ਜਿਹੜੇ ਹੈਗੇ ਆ ਦੂਜੇ ਤੀਜੇ, ਉਹ ਕਹਿੰਦੇ ਜੀ ਬਾਹਰਲੇ ਦੇਸ਼ਾਂ 'ਚ ਇਹ ਤਾਂ ਤੁਹਾਨੂੰ ਤੁਹਾਡੇ ਮੁੰਡਿਆਂ ਨੂੰ ਵਾਪਸ ਭੇਜ ਦੇਣਗੇ। ਆਹ ਸਾਰਾ ਕੁਝ ਵੀ ਚੱਲ ਰਿਹਾ, ਕਿਵੇਂ ਦੇਖਦੇ ਹੋ ਜੀ? ਉਹ ਦੇਖੋ ਕਿੰਨੀ ਹਸੋਣੀ ਗੱਲ ਆ ਜਿਹੜੀ ਤੁਸੀਂ ਆ ਗੱਲ ਕੀਤੀ ਵੀ ਯਾਰ ਡਿਪੋਰਟ ਕਰ ਦੇਣੇ। ਦੇਖੋ ਕਹੇ ਜੀ ਕਿੱਥੇ ਬੈਠੇ ਅਸੀਂ, ਕਿੰਨੀ ਸਾਡੀ ਛੋਟੀ ਜੀ ਸੋਚ ਆ। ਪਰ ਜਿਹੜੀ ਇਹ ਗੱਲ ਆ ਨਾ, ਤੁਸੀਂ ਵਧੀਆ ਕੀਤਾ ਕਿਹਾ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਗਏ। ਜਿਹੜੀ ਸਿੱਖੀ ਆ ਉਹ ਸਾਰਿਆਂ ਲਈ ਰਿਸਪੈਕਟ ਦਿੰਦੀ ਆ, ਮਹਾਰਾਜ ਨੇ ਸਾਨੂੰ ਇਹੀ ਸਿਖਾਇਆ। ਪਰ ਇਹ ਜਿਹੜੀ ਗੱਲ ਆ, ਜਿੱਦਾਂ ਪਹਿਲਾਂ ਡੇਰਾਵਾਦ ਸੀ ਹਨਾ, ਜਿਹੜਾ 84 ਦੇ ਟਾਈਮ ਵੀ ਦੇਖੋ ਆਪਣੇ ਜਿਹੜੇ ਉੱਥੋਂ ਐਕਸ਼ਨ ਹੋਏ, ਜਿਹੜੇ ਆਪਣੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਿਹੜੇ ਮਹਾਰਾਜ ਦੇ ਸਤਿਕਾਰ ਲਈ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ, ਉੱਥੇ ਦੇਖੋ ਉਹਨਾਂ ਨੂੰ ਗੋਲੀਆਂ ਚਲਾਈਆਂ ਗਈਆਂ। 1986 ਚ ਨਕੋਦਰ ਸਾਕੇ ਦੀ ਗੱਲ ਕਰ ਰਹੇ। ਹਾਂਜੀ। ਤੇ ਮਤਲਬ ਕਿ ਹੁਣ ਜੇ ਆਪਾਂ ਗਾਂਹ ਵਧੀਏ, ਹੁਣ ਦੇ ਟਾਈਮ ਦੇ ਪਹਿਲਾਂ ਡੇਰਾਵਾਦ ਹਨਾ, ਹੁਣ ਕ੍ਰਿਸਚੀਅਨ ਕਹਿ ਰਹੇ ਆ ਕ੍ਰਿਸਚੀਅਨ, ਪਰ ਜੇ ਪੋਪ ਨਾਲ ਗੱਲ ਕੀਤੀ ਜਾਵੇ ਵੀ ਆਹ ਜੋ ਕੁਝ ਕਰ ਰਹੇ ਇਹ ਸਹੀ ਆ ਵੀ ਤੁਸੀਂ ਸਾਈਨ ਆਫ ਕੀਤਾ, ਮੈਨੂੰ ਨਹੀਂ ਲੱਗਦਾ। ਮੈਂ ਚਾਹੁੰਦਾ ਵੀ ਸਿੱਖਾਂ ਦਾ ਇੱਕ ਵਫਦ ਨੂੰ ਮਿਲਣਾ ਚਾਹੀਦਾ ਜਾ ਕੇ, ਹੈਨਾ, ਜਿਹੜੇ ਹੈਡ ਨੇ ਆਪਣੇ ਜਿੱਦਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਜੇ ਕੋਈ ਆਪਣੇ ਇਸ਼ੂ ਹੋਵੇ ਤੇ ਡਾਊਟ ਹੋਵੇ ਵੀ ਕੁਝ ਗਲਤ ਹੋ ਰਿਹਾ, ਤੇ ਉਹਨਾਂ ਨੂੰ ਕੋਈ ਸਵਾਲ ਪੁੱਛ ਸਕਦਾ ਵੀ ਇਹ ਸਹੀ ਹੋ ਰਿਹਾ। ਬਿਲਕੁਲ, ਤੇ ਉਹਨਾਂ ਨੂੰ ਰਿਸਪੌਂਸ ਦੇਣੀ ਪਊ ਹਨਾ। ਇਦਾਂ ਹੀ ਪੋਪ ਨੂੰ ਵੀ ਦੇਣੀ ਚਾਹੀਦੀ ਆ ਵੀ ਇਹ ਜਿਹੜੇ, ਮੈਨੂੰ ਲੱਗਦਾ ਰੌਲਾ ਹੀ ਮੁਕਾ ਦੇਣਾ ਚਾਹੀਦਾ। ਮਤਲਬ ਇਹ ਆ ਵੀ ਜਾਨੀ ਕੋਈ ਨੈਗੇਟਿਵ ਚੀਜ਼ ਭਾਲਣੀ ਆ, ਜਿਹੜਾ ਆਪਣੇ ਸੰਘਰਸ਼ ਬਾਰੇ ਜਾਂ ਅੰਮ੍ਰਿਤਪਾਲ ਕਰਕੇ ਹੁਣ ਉੱਭਰ ਰਿਹਾ ਮੂਰੇ, ਤੇ ਉਹਨੂੰ ਜਾਨੀ ਅਟੈਕ ਕਰਨ ਲਈ ਹੁਣ ਜਾਨੀ ਉਹ ਮੁੱਦਾ ਜਿਹਾ ਬਣ ਜਾਂਦਾ। ਜਿਹੜੇ ਆਪਣੀ ਡਾਇਰੈਕਸ਼ਨ ਆ, ਆਪਣਾ ਵੀ ਫੋਕਸ ਲੂਜ਼ ਹੋ ਜਾਂਦੀ ਆ। ਆਪਾਂ ਹੁਣ ਉਹਨਾਂ ਦੇ ਦਿਵਾਲੇ ਹੋ ਜਾਈਏ, ਉਹ ਬਚਣ ਦੀ ਲੋੜ ਆ। ਭਾਜੀ ਸੱਤਾ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਉਹਨਾਂ ਵੱਲੋਂ ਬਹੁਤ ਕੁਝ ਕੀਤਾ ਜਾ ਰਿਹਾ ਜਿੱਥੋਂ ਸਾਡਾ ਧਿਆਨ ਹਟਿਆ ਹੋਇਆ। ਹਾਂਜੀ, ਕਿਉਂਕਿ ਸਾਡਾ ਸਾਰਾ ਜਿਹੜਾ ਕੰਸੈਂਟਰੇਸ਼ਨ ਹੈਗੀ ਹੈ ਉਹ ਇਸ ਮੁੱਦੇ ਦੇ ਉੱਤੇ ਆਈ ਹੋਈ ਹੈ। ਹਾਂਜੀ, ਸੋ ਹੁਣ ਆਮ ਆਦਮੀ ਪਾਰਟੀ ਦੀਆਂ ਬਹੁਤ ਸਾਰੀਆਂ ਨੀਤੀਆਂ ਜਿਹਦਾ ਅਸੀਂ ਵਿਰੋਧ ਕਰਦੇ ਹੁੰਦੇ ਸੀ, ਅੱਜ ਨਹੀਂ ਕਰ ਰਹੇ। ਹਾਂਜੀ, ਬਿਲਕੁਲ, ਸਾਡਾ ਧਿਆਨ ਹਟਿਆ ਹੋਇਆ। ਬਿਲਕੁਲ। ਅੱਛਾ, ਇੱਕ ਸਵਾਲ ਨਾਲੋਂ ਨਾਲ ਮੈਂ ਪੁੱਛ ਲੈਣਾ, ਤੁਸੀਂ ਇੱਥੇ ਜੰਮੇ ਪਲੇ ਹੋ, ਮਤਲਬ ਕਿ ਆਪਾਂ ਕਹਿ ਲਈਏ ਸਾਰੀ ਲਾਈਫ ਇੱਥੇ ਤੁਸੀਂ ਕੱਢੀ ਹੈ। ਹਾਂਜੀ, ਇੱਥੇ ਵੀ ਇਹ ਨਕਲੀ ਪਾਸਟਰ ਕਹਿ ਲਈਏ ਜਾਂ ਅਸਲੀ ਪਾਸਟਰ ਕਹਿ ਲਈਏ, ਇਦਾਂ ਕਰਦੇ ਪਖੰਡ ਕਿ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਤੇ ਉਹਨੂੰ ਕਹਿੰਦੇ ਲੈ ਵੀ ਤੇਰੀ ਸ਼ੂਗਰ ਠੀਕ ਹੋ ਗਈ, ਤੇਰਾ ਬਲੱਡ ਪ੍ਰੈਸ਼ਰ ਠੀਕ ਕਰ ਦਿੱਤਾ, ਤੈਨੂੰ ਮਰੇ ਨੂੰ ਜਿਉਂਦਾ ਕਰ। ਇੱਥੇ ਵੀ ਇਹ ਸਭ ਕੁਝ ਚੱਲਦਾ? ਇਹ ਅਸੀਂ ਤਾਂ ਕਦੇ ਇਹੋ ਜਿਹਾ ਕੁਝ ਦੇਖਿਆ ਨਹੀਂ ਇੱਥੇ। ਤੇ ਇੱਥੇ ਵੈਸੇ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਫੇਥ ਆ ਨਾ, ਧਰਮ ਚ ਜਿੱਦਾਂ ਬਲੀਫ ਘਟੀ ਜਾਂਦੀ ਹੈ, ਤਾਂ ਹੀ ਤੁਸੀਂ ਨੋਟਿਸ ਕਰੋਗੇ ਵੀ ਆਪਣੇ ਬਾਹਲੇ ਧਾਰਮਿਕ ਸਥਾਨ ਜਿਹੜੇ ਗੁਰਦੁਆਰਾ ਸਾਹਿਬ ਆ, ਚਰਚਾਂ ਦੇ ਵਿੱਚ ਬਣੇ। ਆਹ ਵੀ ਗੁਰੂ ਨਾਨਕ ਗੁਰਦੁਆਰਾ ਸਮੇਂ ਪਹਿਲਾਂ ਐਕਚੁਅਲੀ ਚਰਚ ਹੁੰਦਾ ਸੀ, ਚਰਚ ਦੀ ਬਿਲਡਿੰਗ ਚੋਂ ਇਹਨਾਂ ਦੇ ਚਰਚ ਜਾਨੀ ਬੰਦ ਹੋ ਰਹੇ ਆ, ਵਿਕ ਰਹੇ ਆ। ਇਹ ਆ ਗੱਲ। ਸੋ ਇਹਨਾਂ ਨੂੰ ਤੁਸੀਂ ਜੇ ਦਿਖਾਓ, ਉਹ ਵੀਡੀਓ ਦਿਖਾਓ ਨਾ ਇੱਥੇ ਦੇ ਪਬਲਿਕ ਨੂੰ, ਉਹਨਾਂ ਨੇ ਬਲੀਵ ਨਹੀਂ ਕਰਨਾ, ਕਹਿਣਾ ਵੀ ਜੋਕ ਆ, ਵੀ ਪਖੰਡ ਆ, ਹਨਾ। ਸੋ ਪਰ ਜਿਹੜੇ ਇੱਥੇ ਦੇ ਫੇਥਫੁਲ ਲੋਕ ਵੀ ਆ, ਜਿੱਦਾਂ
ਕ੍ਰਿਸਚੀਅਨ ਕਹਿ ਲਈਏ, ਉਹਨਾਂ ਨੇ ਵੀ ਇਹਨਾਂ ਚੀਜ਼ਾਂ ਤੇ ਬਿਲੀਵ ਨਹੀਂ ਕਰਨਾ ਹੈਗਾ। ਬਿਲਕੁਲ। ਪਰ ਕੁਛ ਹੱਦ ਤੱਕ ਤਾਂ ਹੁੰਦੀ ਆ, ਜਿੱਦਾਂ ਬਲੀਫ, ਜਿੱਦਾਂ ਆਪਾਂ ਵੀ ਬਲੀਵ ਕਰਦੇ ਹਾਂ, ਜੇ ਬਈ ਆਪਾਂ ਸਹੀ ਚੀਜ਼ਾਂ ਕਰੀਏ, ਬਾਣੀ ਪੜਾਂਗੇ, ਸੇਵਾ ਕਰਾਂਗੇ, ਤੇ ਮਹਾਰਾਜ ਦਾ ਵਰਤਾਰਾ ਵਰਤ ਸਕਦਾ, ਮਹਾਰਾਜ ਕੁਛ ਵੀ ਕਰ ਸਕਦੇ, ਇਹ ਵੀ ਏਦਾਂ ਬਲੀਵ ਕਰਦੇ ਆ। ਪਰ ਕਿਸੇ ਸਿੱਖ ਨੇ ਇਹ ਤਾਂ ਨਹੀਂ ਕਦੇ ਕਿਹਾ ਵੀ ਮੈਂ ਮਰਿਆ ਬੰਦਾ ਜਿਉਂਦਾ ਕਰ ਦੂੰਗਾ। ਸਾਡੇ ਤੇ ਗੁਰੂ ਸਾਹਿਬਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਹਾਂਜੀ ਹਾਂਜੀ। ਉੱਥੇ ਕਿਸੇ ਨੇ ਵੀ ਨਹੀਂ ਕਿਹਾ ਵੀ ਮੈਂ ਤੇਰੀ ਇੱਥੇ ਪਏ ਦੀ ਮੰਤਰ ਮਾਰ ਕੇ ਸ਼ੂਗਰ ਠੀਕ ਕਰ ਦੂੰਗਾ। ਆਪਣੇ ਧਰਮ ਦੇ ਵਿੱਚ ਤਾਂ ਇਹੀ ਕਿਹਾ ਜਾਂਦਾ ਵੀ ਭਾਈ ਬਾਣੀ ਪੜੋ, ਰੱਬ ਦਾ ਨਾਮ ਲਓ, ਸਰੋਵਰਾਂ ਦੇ ਵਿੱਚ ਇਸ਼ਨਾਨ ਕਰੋ, ਜਾਓ ਟਾਈਮ ਟੂ ਟਾਈਮ, ਤੇ ਰੱਬ ਪ੍ਰਮਾਤਮਾ ਆਪ ਕਿਰਪਾ ਕਰੂਗਾ। ਸੋ ਆਪ ਬਲੀਵ ਹੈਗਾ ਸਾਡਾ। ਇਹ ਇੱਕ ਸਾਖੀ ਹੈਗੀ ਆ, ਮੈਂ ਬਾਲੀ ਟੱਚ ਨਹੀਂ ਕਰਨਾ ਚਾਹੁੰਦਾ, ਕਰਕੇ ਮੇਰੇ ਜਿਹੜੇ ਉਹ ਨਾ ਦਿਮਾਗ 'ਚ ਉਹ ਜਿਹੜੇ ਫੈਕਟ ਆ ਉਹ ਲਾਈਨ ਅਪ ਨਹੀਂ ਪੂਰੇ ਹੋ ਰਹੇ। ਸੋ ਐਵੇਂ ਆਪਾਂ ਕੁਛ ਕਹਿ ਦਈਏ, ਪਰ ਹੋਇਆ ਸੀ ਆਪਣੇ ਇਤਿਹਾਸ 'ਚ ਇਦਾਂ ਦਾ ਕੁਛ ਕਿ ਜਾਣੀ ਕਿਸੇ ਨੂੰ ਇਦਾਂ ਜਿਉਂਦਾ ਕਰ ਦਿੱਤਾ ਗਿਆ ਸੀਗਾ। ਕਰਕੇ ਜਿਹੜੇ ਜਾਣੀ ਸੇਵਾ ਕਰਦੇ ਸੀ ਉਦੋਂ ਮਹਾਰਾਜ ਦੀ, ਜਾਂ ਪਰਿਵਾਰਾਂ 'ਚੋਂ ਸੀ ਮਹਾਰਾਜ, ਤੇ ਉਹਨਾਂ ਦੇ ਵੀ ਕਈ ਵਾਰੀ ਸ਼ਕਤੀਆਂ ਹੋ ਸਕਦੀਆਂ ਹਨ। ਤੇ ਮਤਲਬ ਫਿਰ ਉਦੋਂ ਬਹੁਤ ਵੱਡਾ ਇਸ਼ੂ ਹੋ ਗਿਆ ਸੀਗਾ, ਜਿਹੜੀ ਮੇਰੀ ਅੰਡਰਸਟੈਂਡਿੰਗ ਆ। ਤੇ ਮਹਾਰਾਜ ਵੀ ਹੈਪੀ ਨਹੀਂ ਸੀਗੇ ਵੀ ਇਹ ਚੀਜ਼ ਹੋ ਗਈ ਆ, ਤੇ ਉਹਦਾ ਜਿੱਦਾਂ ਫਿਰ ਜਿਹੜਾ ਸੀਗਾ ਉਹਨਾਂ ਨੂੰ ਭੁਗਤਣਾ ਪਿਆ ਸੀਗਾ। ਜਾਣੀ ਮਤਲਬ ਇਹ ਆ, ਮਹਾਰਾਜ ਏਦਾਂ ਕਹਿੰਦੇ ਸੀਗੇ ਵੀ ਇਹੋ ਜਿਹਾ ਕੁਛ ਨਾ ਕਰੋ, ਕਰਕੇ ਕਿਹਨੂੰ ਆਪਾਂ ਫਿਰ ਜਵਾਬ ਦੇਵਾਂਗੇ। ਫਿਰ ਜਿਹੜਾ ਇਹ ਕਰਦੇ ਆ, ਹੁਣ ਦੇਖੋ ਇਹਨਾਂ ਦੀ ਕਿੱਦਾਂ ਦੀ ਰਹਿਣੀ ਬਹਿਣੀ ਹੋਣੀ ਆ, ਇਹ ਕਰ ਸਕਦੇ ਇਹ ਜੀ ਚੀਜ਼ਾਂ, ਮੈਨੂੰ ਤਾਂ ਲੱਗਦਾ ਨਹੀਂ। ਹੁਣ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਪਿਕਚਰ ਸੀਗੀ, ਜਾਣ ਕੇ ਆਪਾਂ ਨੂੰ ਕਰ ਰਹੇ ਆ, ਜਿੱਦਾਂ ਨਹੀਂ ਪ੍ਰੋਵੋਕ ਕਰ ਰਹੇ ਆ। ਬੱਚੇ ਸੀਗੇ 2 ਸਿੱਖ ਬੱਚੇ, 2 ਬੱਚਿਆਂ ਦੀ ਐਟਲੀਸਟ ਮੈਨੂੰ ਫੋਟੋ ਯਾਦ ਆ, ਉਹਨਾਂ ਦੇ ਲਾਲ ਪਾਟਕੇ ਬੰਨੇ ਸੀਗੇ, ਤੇ ਉਹਨਾਂ ਜਿੱਦਾਂ ਕ੍ਰਾਸ ਲਾ ਰਹੇ ਸੀਗੇ, ਹਨਾ। ਉਹ ਜਾਣ ਕੇ ਆ ਜਿੱਦਾਂ ਵੀ ਇਹਨਾਂ ਨੂੰ ਛੇੜੀਏ, ਤੇ ਆਪਣੇ ਜਿੱਦਾਂ ਨਹੀਂ ਉਹ ਫੋਕਸ ਦੀ ਗੱਲ ਤੁਸੀਂ ਕਰਦੇ ਵੀ ਫੋਕਸ ਹਟੇ। ਜਿੱਦਾਂ ਆਪਾਂ ਗੱਲ ਕਰਨੇ, ਆਪਾਂ ਕਿਸੇ ਧਰਮ ਦੇ ਖਿਲਾਫ ਨਹੀਂ ਗੇ, ਪਰ ਜਿੱਦਾਂ ਮੈਨੂੰ ਇਹ ਫੀਲ ਹੁੰਦਾ ਜਿੱਦਾਂ ਅੱਗੇ ਡੇਰਾਵਾਦ ਸੀ, ਹੁਣ ਇਹਨਾਂ ਨੇ ਵੀ ਉਧਰ ਪਾਸਟਰਾਂ ਵੱਲ ਨੂੰ ਤੋਰਤਾ। ਸੋ ਜਾਣੀ ਆਪਣੇ ਜਿਹੜੇ ਸਿੰਘ ਉੱਥੇ ਕਰ ਰਹੇ ਆ ਸੇਵਾ, ਹਨਾ, ਬਹੁਤ ਵਧੀਆ ਕਰ ਰਹੇ ਆ। ਪਰ ਜਿੱਦਾਂ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਵੀ ਜਿੱਦਾਂ ਬਚਣ ਦੀ ਲੋੜ ਆ ਇਹਨਾਂ ਤੋਂ, ਵੀ ਇਹ ਆਪਣੀ ਫੋਕਸ ਐਨ ਤੋੜ ਕੇ ਉਧਰ ਨਾ ਭੇਜ ਦੇਣ, ਕਰਕੇ ਜਿੰਨਾ ਆਪਾਂ ਜ਼ਿਆਦਾ ਰਿਸਪੌਂਸ ਕਰਦੇ ਆ ਨਾ, ਉਨਾ ਹੀ ਫਿਰ ਹੋਰ ਬੋਲੀ ਜਾਂਦਾ। ਹੁਣ ਆਪਾਂ ਉਦੋਂ ਵਿਕੀ ਟੋਮਸ ਦੀ ਗੱਲ ਕੀਤੀ ਸੀਗੀ, ਮੈਂ ਦੇਖ ਰਿਹਾ ਸੀਗਾ ਹੋਰ ਬੋਲੀ ਜਾਂਦਾ ਥੋੜਾ ਜਿਹਾ ਇਗਨੋਰ ਕਰਨਾ ਚਾਹੀਦਾ, ਸ਼ਾਇਦ ਥੋੜਾ ਜਿਹਾ ਸਲੋ ਹੋ ਜਾਵੇ। ਜੀ। ਅੱਛਾ, ਇੱਕ ਸਵਾਲ ਹੋਰ ਆ ਵੀ, ਇੱਕ ਤਾਂ ਮੈਂ ਸਵਾਲ ਪੁੱਛ ਲਿਆ ਕਿ ਪਖੰਡ ਹੁੰਦੇ ਇੱਥੇ ਜਾਂ ਨਹੀਂ ਹੁੰਦੇ। ਦੂਸਰਾ ਸਵਾਲ ਹੈ ਕਿ ਇਹਨਾਂ ਮੁਲਕਾਂ 'ਚ ਕਦੀ ਸਿੱਖਾਂ ਨੂੰ ਧੱਕੇ ਦੇ ਨਾਲ ਜਾਂ ਪਖੰਡ ਦੇ ਤੌਰ ਤੇ ਕਿਹਾ ਜਾਂਦਾ ਵੀ ਤੁਸੀਂ ਕ੍ਰਿਸਚੀਅਨ ਬਣ ਜਾਓ, ਤੁਹਾਡਾ ਸਾਰਾ ਕੁਝ ਸਵਰ ਜਾਏਗਾ, ਤੁਹਾਡਾ ਇਦਾਂ ਹੋ ਜਾਊਗਾ? ਇਹ ਇੱਥੇ ਤਾਂ ਕੋਸ਼ਿਸ਼ ਕਰਦੇ ਆ ਇਹ, ਜਿੱਦਾਂ ਆਪਣਾ ਜਿੱਦਾਂ ਧਰਮ ਆ, ਆਪਣਾ ਵੇ ਆਫ ਲਾਈਫ ਆ, ਜਾਣੀ ਧਰਮ ਨੂੰ ਤੇ ਆਪਣੀ ਜ਼ਿੰਦਗੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਵਿੱਚ ਹੀ ਨਾਲੋਂ ਨਾਲ ਚੱਲਦੇ ਹਨਾ। ਜਿੱਦਾਂ ਆਪਣੇ ਜਿੱਦਾਂ ਕਕਾਰ ਵੀ ਆ, ਉਹ ਨਾਲ ਆ, ਜਿੱਦਾਂ ਆਪਣੇ ਲੱਤ ਬਾਂਹ ਹੋਵੇ, ਇਦਾਂ ਵਾ ਸਾਰੇ ਆਪਣੇ ਹਾਂਜੀ ਬਿਲਕੁਲ। ਸੋ ਆਪਣਾ ਧਰਮ ਨਹੀਂ ਕੀਤਾ ਜਾ ਸਕਦਾ, ਪਰ ਇਹਨਾਂ ਦੀ ਜਿਹੜੀ ਆ ਸੈਕੂਲਰ ਆ ਸੋਚ। ਜਿੱਦਾਂ ਯੂਰਪ 'ਚ ਵੀ ਤਾਂ ਹੀ ਰੌਲਾ ਪਿਆ ਸੀਗਾ, ਜਿਹੜੇ ਚਿੰਨ ਨਹੀਂ ਹੁੰਦੇ ਆਪਣੇ, ਜਿੱਦਾਂ ਕਈਆਂ ਦੇ ਕ੍ਰਾਸ ਪਾਏ ਹੁੰਦੇ, ਕਈਆਂ ਖੰਡਾ, ਕਈਆਂ ਦਸਤਾਰ ਬੰਨੀ ਸੀ, ਬਹੁਤ ਰੌਲਾ ਪਿਆ ਸੀਗਾ। ਹਜੇ ਵੀ ਸ਼ਾਇਦ ਉਹ ਮਸਲਾ ਸੋਲਵ ਨਹੀਂ ਹੋਇਆ ਕਿ ਇਹ ਐਕਚੁਅਲੀ ਚਾਹੁੰਦੇ ਨਹੀਂਗੇ ਵੀ ਹੋਵੇ, ਪਰ ਇਹ ਆਪਾਂ ਨੂੰ ਐਕਸੈਪਟ ਕਰਦੇ। ਇਹ ਚੀਜ਼ਾਂ ਤੁਰੀਆਂ ਆਉਂਦੀਆਂ ਪਹਿਲਾਂ ਤੋਂ, ਜਿੱਦਾਂ ਵਰਲਡ ਵੋਰ ਤੋਂ ਕਹਿ ਲਓ, ਜਦੋਂ ਕਰਕੇ ਆਪਾਂ ਨਾਲ ਇਹਨਾਂ ਦੇ ਚੱਲੇ ਸੀ, ਜਿੱਦਾਂ ਫੌਜ ਵਿੱਚ ਕਹਿ ਲਓ ਜਾਂ ਕੁਛ ਵੀ ਹਨਾ। ਸੋ ਮਤਲਬ ਪਰ ਇੱਥੇ ਧੱਕੇ ਨਾਲ ਨਹੀਂ ਕੁਛ ਵੀ ਕਰਦੇ। ਜੀ ਬਿਲਕੁਲ। ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ। ਅੱਜ 2 ਮਸਲੇ ਜਿਹੜੇ ਆਪਾਂ ਵੱਡੇ ਟੱਚ ਕਰ ਲਏ ਆ। ਸੋ ਮੈਨੂੰ ਲੱਗਦਾ ਵੀ ਅੱਜ ਲਈ ਇਨਫ ਆ। ਜੇ ਕੋਈ ਮੈਸੇਜ ਤੁਹਾਡੇ ਕੋਲ ਹੋਵੇ, ਤੁਸੀਂ ਕੋਈ ਦੇਣਾ ਚਾਹੋ, ਤਾਂ ਆਪਾਂ ਜ਼ਰੂਰ ਸਾਂਝਾ ਕਰ ਸਕਦੇ ਹਾਂ। ਬਸ ਇਹੀ ਸੀਗਾ ਕਿ 3 ਨਵੰਬਰ ਨੂੰ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਉੱਥੇ, ਲੰਡਨ ਹੈ ਤਾਂ ਥਰਸਡੇ ਆ, 12 ਤੋਂ 3 ਦਾ ਟਾਈਮ ਆ, ਆਪਾਂ ਉੱਥੇ ਹਮਾ ਕੇ ਪਹੁੰਚਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਆਪਾਂ ਤਾਂ ਇੱਥੇ ਮਰਜ਼ੀ ਨਾ ਕਰ ਸਕਦੇ ਜੋ ਮਰਜ਼ੀ। ਹੁਣ ਆਪਾਂ ਗੁਰਦੁਆਰਾ ਸਾਹਿਬ ਆ ਗਏ ਜਾਂ ਘਰੇ ਬਹਿ ਲਏ, ਪੈ ਲਏ, ਸੌਂ ਲਏ, ਹੁਣ ਉਹ ਇੰਡੀਅਨ ਜੇਲ੍ਹਾਂ ਦਾ ਆਪਾਂ ਸੋਚ ਸਕਦੇ ਕਿੱਦਾਂ ਦੀਆਂ। ਜਗਤਾਰ ਸਿੰਘ ਜੌਲ ਕਿੱਦਾਂ ਮਹਿਸੂਸ ਕਰਦਾ, ਥੋੜਾ ਜਿਹਾ ਚਿਰ ਹੋਇਆ ਹੋਵੇ ਵਿਆਹ ਹੋਇਆ ਹੋਵੇ, ਤੇ ਉਹਦੀ ਵਾਈਫ ਇੱਥੇ ਰੋਲਦੀ ਫਿਰਦੀ ਆ, ਹਨਾ। ਸੋ ਇਹੀ ਚਾਹੁੰਦੇ ਆ ਉਹ ਵੀ ਆਪਣੇ ਵਿੱਚ ਆਵੇ, ਤੇ ਉਹਦੀ ਵੀ ਲਾਈਫ ਨੋਰਮੈਲਿਟੀ ਚ ਆਵੇ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਦਰਸ਼ਕੋ, ਅੱਜ ਦਾ ਸਾਡਾ ਪ੍ਰੋਗਰਾਮ 2 ਵਿਸ਼ਿਆਂ ਦੇ ਉੱਤੇ, ਇੱਕ ਲੱਖਾ ਸਿਧਾਣਾ ਦਾ ਜਿਹੜਾ ਵਿਸ਼ਾ, ਨਾਲ ਹੀ ਜੱਗੀ ਜੌਹਲ ਮਸਲਾ ਜਿਹੜਾ ਹੈ, ਉਸ ਤੋਂ ਬਾਅਦ ਜਿਹੜੇ ਨਕਲੀ ਪਾਸਟਰ ਨੇ ਉਹਨਾਂ ਦੇ ਨਾਲ ਜਿਹੜਾ ਵਿਵਾਦ ਇਸ ਵੇਲੇ ਚੱਲ ਰਿਹਾ ਹੈ, ਉਹਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ। ਆਸ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਚ ਰਹੋ।